ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੁਆਰਾ ਸੰਗਤਾਂ ਦੇ ਵਿੱਚ ਸਾਂਝੇ ਕੀਤੇ ਪ੍ਰਵਚਨ ਜੋ ਬੜੇ ਅਨਮੋਲਕ ਹਨ, ਉਹਨਾਂ ਪ੍ਰਵਚਨਾਂ ਦਾ ਕਰਮਵਾਰ ਜੋ ਸਿਰਲੇਖ ਹੈ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਜਿਵੇਂ ਦੇਵਤਿਆਂ ਤੇ ਰਾਖਸ਼ਾਂ ਨੇ ਖੀਰ ਸਮੁੰਦਰ ਅੜਕਿਆ ਸੀ, ਸੋ ਖੀਰ ਸਮੁੰਦਰ ਅੜਕਣ ਤੋਂ ਬਾਅਦ 14 ਰਤਨ ਕੱਢੇ ਸੀ, ਪਰ 14 ਦੇ 14 ਰਤਨ ਹੀ ਦੇਵਤਿਆਂ ਨੇ ਆਪਸ ਵਿੱਚ ਵੰਡ ਲਏ। ਪਰ ਜਿਹੜੇ ਰਤਨ ਧੰਨ ਧੰਨ ਬਾਬਾ ਨੰਦ ਸਿੰਘ ਜੀ ਨੇ ਗੁਰੂ ਨਾਨਕ ਅੰਮ੍ਰਿਤ ਰੂਪ ਸਰੋਵਰ ਦੇ ਵਿੱਚੋਂ ਕੱਢੇ ਆ, ਇਹ ਗਿਆਨ ਰੂਪ ਜੋ ਅਨਮੋਲਕ ਵਿਚਾਰ ਅੰਮ੍ਰਿਤ ਰੂਪੀ ਮੋਤੀ ਆ, ਇਹਨਾਂ ਨੂੰ ਕਮਾ ਕੇ ਕੋਈ ਵੀ ਪ੍ਰਾਣੀ ਆਪਣਾ ਲੋਕ ਤੇ ਪਰਲੋਕ ਸਵਾਰ ਸਕਦਾ ਹੈ। ਇੱਥੋਂ ਤੱਕ ਕਿ ਅਗਰ ਕੋਈ ਆਦਮੀ ਇਹਨਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਇਸ 'ਤੇ ਚੱਲੇ ਤਾਂ ਫਿਰ ਉਹ ਪ੍ਰਾਣੀ ਮਨੁੱਖ ਤੋਂ ਦੇਵਤਾ ਅਤੇ ਦੇਵਤੇ ਤੋਂ ਪਰਮੇਸ਼ਰ ਦਾ ਸਰੂਪ ਬਣ ਸਕਦਾ ਹੈ। ਸੋ ਜੋ ਪਹਿਲਾ ਵਚਨ ਮਹਾਂਪੁਰਖ ਬਾਬਾ ਨੰਦ ਸੋਹਣਾ ਦਾ ਸੰਗਤ ਦੇ ਪ੍ਰਤੀ ਹੈ, ਉਹ ਇਹ ਹੈ ਕਿ ਗੁਰੂ ਦੇ ਕੋਲੋਂ ਕੀ ਮੰਗਣਾ ਹੈਗਾ। ਮਹਾਂਪੁਰਖ ਦੱਸਦੇ ਸੀ ਕਿ ਜਦੋਂ ਕਿਸੇ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਜਾਣਾ ਹੈ ਅਤੇ ਉੱਥੋਂ ਇੱਕ ਚੀਜ਼ ਮੰਗਣੀ ਹੈ। ਉਹ ਕੀ ਹੈ ਕਿ ਜਿਵੇਂ ਕਿਵੇਂ ਵੀ ਤੁਸੀਂ ਮੈਨੂੰ ਆਪਣਾ ਬਣਾ ਲਓ। ਭਾਵ ਕੀ ਆ ਕਿ ਤੁਸੀਂ ਸੱਚੇ ਪਾਤਸ਼ਾਹ ਮੇਰੀ ਬਾਂਹ ਫੜ ਲਓ। ਅਤੇ ਮਹਾਰਾਜ ਕਹਿੰਦੇ ਆ, ਜਿਨ੍ਹਾਂ ਦੀ ਬਾਂਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਫੜ ਲੈਣ ਅਤੇ ਫਿਰ ਬਾਣੀ ਆਖਦੀ ਆ, ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਵਾਹ ਨਾ ਛੋੜੀਏ। ਪਹਿਲਾਂ ਤਾਂ ਬੇਨਤੀ ਕਰੋ, ਸੱਚੇ ਪਾਤਸ਼ਾਹ ਮੇਰੀ ਬਾਂਹ ਫੜ ਲਓ, ਅਤੇ ਜਦੋਂ ਗੁਰੂ ਬਾਂਹ ਫੜ ਲਊਗਾ ਤਾਂ ਫਿਰ ਕਹਿੰਦੇ ਉਹ ਤੋਂ ਅਗਲਾ ਸਟੈਪ ਕੀ ਆ, ਮੰਗਣਾ ਮੰਗਣ ਨਿਕਾ ਹਰ ਜਸ ਗੁਰ ਤੇ ਮੰਗਣਾ। ਫਿਰ ਜਿਹਨੇ ਬਾਂਹ ਫੜੀ ਆ ਉਹਦਾ ਜਸ, ਉਹਦੀ ਸੋਭਾ, ਉਹਦੀ ਵਡਿਆਈ ਦੀ ਜਿਹੜੀ ਦਾਤ ਹੈਗੀ ਆ, ਫਿਰ ਗੁਰਸਿੱਖ ਪ੍ਰਾਣੀ ਦੇ ਅੰਦਰ ਆਪਣੇ ਆਪ ਹੀ ਕਿਰਪਾ ਰੂਪੀ ਵਾਹਿਗੁਰੂ ਦੀ ਦਾਤ ਉਹਦੇ ਅੰਦਰ ਪ੍ਰਗਟ ਹੋ ਜਾਂਦੀ ਆ। ਸੋ ਅਗਲਾ ਬਚਨ ਬਾਬਾ ਨੰਦ ਸੋਹਣਾ ਦਾ ਹੈ ਕਿ ਨਿਤਨੇਮ ਕਰਨ ਤੋਂ ਬਾਅਦ, ਜਦ ਅਸੀਂ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਹਾਂ, ਨਿਤਨੇਮ ਕਰਨ ਤੋਂ ਬਾਅਦ ਨੇੜੇ ਤੇੜੇ ਜਿੱਥੇ ਵੀ ਕੋਈ ਧਾਰਮਿਕ ਜਗ੍ਹਾ ਹੈਗੀ ਆ, ਖਾਸ ਕਰ ਗੁਰਦੁਆਰਾ ਸਾਹਿਬ ਹੈ, ਉੱਥੇ ਜਾ ਕੇ ਕਹਿੰਦੇ ਸਿੱਖ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਆ, ਜ਼ਰੂਰ ਨਮਸਕਾਰ ਕਰਨੀ ਚਾਹੀਦੀ ਹੈ। ਸੋ ਅਗਲਾ ਵਚਨ ਮਹਾਂਪੁਰਖਾਂ ਦਾ ਹੈ ਕਿ ਦੇਖੋ, ਬੱਚੇ ਦੇ ਜਨਮ ਤੋਂ ਬਾਅਦ ਅਗਰ ਉਹਦੇ ਮਾਤਾ ਪਿਤਾ ਬੱਚੇ ਨੂੰ 1 ਸਾਲ ਸੁਖਮਨੀ ਸਾਹਿਬ ਦਾ ਪਾਠ ਰੋਜ਼ ਜਵਾਨੀ ਉਹਦੇ ਸਰਾਣੇ ਉਸ ਨੂੰ ਸਰਵਣ ਕਰਾਉਣਗੇ ਬੱਚੇ ਨੂੰ, ਬੱਚੇ ਦੇ ਕੰਨਾਂ ਵਿੱਚ ਸੁਖਮਨੀ ਸਾਹਿਬ ਦੀ ਬਾਣੀ ਜਾਊਗੀ, ਤਾਂ ਫਿਰ ਕਹਿੰਦੇ ਵੀ ਉਹ ਇਸ ਬਾਣੀ ਦਾ ਅਸਰ ਇਹ ਹੋਊਗਾ ਕਿ ਉਹ ਬੱਚਾ ਸਾਰੀ ਉਮਰ ਆਪਣੇ ਮਾਤਾ ਪਿਤਾ ਦਾ ਆਗਿਆਕਾਰੀ ਰਹੇਗਾ। ਸੋ ਇਹ ਜਿਹੜਾ ਬੱਚਾ ਹੈਗਾ ਕਦੀ ਵੀ ਜ਼ਿੰਦਗੀ 'ਚ ਮਨਮੁਖ ਨਹੀਂ ਬਣੂਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿਨ੍ਹਾਂ ਮਾਤਾ ਪਿਤਾ ਨੇ ਸੁਖਮਨੀ ਸਾਹਿਬ ਦੀ ਬਾਣੀ ਦੀ ਨੀਂਹ ਮੁੱਢ ਜੜ ਜਿਹੜੀ ਆ ਅੰਮ੍ਰਿਤ ਰੂਪੀ ਗੁਰਬਾਣੀ ਦਾ ਜੋ ਜਲ ਹੈ ਆਪਣੇ ਬੱਚੇ ਦੇ ਕੰਨ ਰੂਪੀ ਸੁਰਤ ਦੇ ਵਿੱਚ ਪਾ ਦਿੱਤਾ ਹੈ, ਤਾਂ ਉਹ ਬੱਚਾ ਹਮੇਸ਼ਾ ਹੀ ਆਪਣੇ ਮਾਤਾ ਪਿਤਾ ਦਾ ਆਗਿਆਕਾਰੀ ਰਹੇਗਾ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਰਮੇਸ਼ਰ ਦੇ 4 ਸਰੂਪ ਦੱਸੇ ਆ। ਸੋ ਪਹਿਲਾ ਸਰੂਪ ਬਾਬਾ ਨੰਦ ਸੋਹਣੀ ਕਹਿੰਦੇ ਸੀ, ਉਹਨਾਂ ਨੇ ਦੱਸਿਆ ਹੈ ਕਿ ਵਾਹਿਗੁਰੂ ਨਿਰਗੁਣ ਸਰੂਪ ਹੈ। ਦੂਸਰਾ, ਨਿਰਗੁਣ ਹੋ ਕੇ ਵੀ ਵਾਹਿਗੁਰੂ ਸਰਗੁਣ ਸਰੂਪ ਹੈ। ਤੀਸਰਾ, ਮਹਾਂਪੁਰਖਾਂ ਨੇ ਦੱਸਿਆ ਸੀਗਾ ਕਿ ਜਿਹੜਾ ਵਾਹਿਗੁਰੂ ਪਰਮੇਸ਼ਰ ਹੈਗਾ ਉਹ ਸਰਗੁਣ ਹੋ ਕੇ ਵੀ ਸ਼ਬਦ ਬਾਣੀ ਰੂਪ ਦੇ ਵਿੱਚ ਬਿਰਾਜਮਾਨ ਹੈ। ਅਤੇ ਚੌਥਾ, ਮਹਾਂਪੁਰਖਾਂ ਨੇ ਦੱਸਿਆ ਸੀਗਾ ਕਿ ਵਾਹਿਗੁਰੂ ਦਾ ਜਿਹੜਾ ਘਰ ਹੈ ਉਹ ਇਨਸਾਨ ਦੇ ਅੰਦਰ ਹਿਰਦੇ ਗਰੀਬੀ ਦੇ ਵਿੱਚ ਹੁੰਦਾ ਹੈ। ਭਾਵ ਕੀ ਹੈ, ਜਿਨ੍ਹਾਂ ਮਨੁੱਖਾਂ ਦੇ ਅੰਦਰ ਹਿਰਦੇ ਦੇ ਵਿੱਚ ਹਿਰਦੇ ਗਰੀਬੀ ਹੈ, ਦਇਆ ਹੈਗੀ ਆ, ਆਪਣੇ ਆਪ ਦੇ ਵਿੱਚ ਨਿਮਰਤਾ ਹੈ, ਉਹਨਾਂ ਦੇ ਹਿਰਦੇ ਰੂਪੀ ਘਰ ਦੇ ਅੰਦਰ ਪਰਮੇਸ਼ਰ ਦਾ ਵਾਸਾ ਹੈ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਜਿਹੜੀ ਮਾਂ ਦੀ ਅਸੀਸ ਹੈ, ਮਾਤਾ ਪਿਤਾ ਦੀ ਜੋ ਅਸੀਸ ਹੈਗੀ ਆ, ਉਹ ਆਪਣੇ ਬੱਚੇ ਨੂੰ ਡੁੱਬਦੇ ਦਾ ਸਹਾਰਾ ਹੁੰਦੀ ਆ। ਭਾਵ ਕੀ ਆ ਕਿ ਮਾਤਾ ਪਿਤਾ ਦੀ ਅਸੀਸ ਬੱਚੇ ਦੀ ਹਰੇਕ ਜਗ੍ਹਾ ਉਸ ਦੀ ਸੰਭਾਲ ਕਰਦੀ ਆ, ਇਸ ਨੂੰ ਸੰਸਾਰ ਦੇ ਵਿੱਚ ਡੁੱਬਣ ਤੋਂ ਬਚਾਉਂਦੀ ਆ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਭਗਤੀ ਭਾਵਨਾ ਦਾ ਸੂਰਜ ਜਦੋਂ ਸਿਖਰ 'ਤੇ ਹੁੰਦਾ ਹੈ, ਜਦੋਂ ਇਨਸਾਨ ਭਗਤੀ ਭਾਵਨਾ ਦਾ ਸੂਰਜ ਸਿਖਰ ਦੇ ਉੱਤੇ ਵਾਹਿਗੁਰੂ ਦੀ ਬੰਦਗੀ ਕਰਦਾ ਕਰਦਾ ਇਸ ਅਵਸਥਾ 'ਤੇ ਪਹੁੰਚ ਜਾਂਦਾ ਹੈ, ਫਿਰ ਕਹਿੰਦੇ ਵੀ ਉਸ ਜਗਿਆਸੂ ਨੂੰ ਕਿਸੇ ਨਾ ਕਿਸੇ ਦਿਵ ਮਹਾਂਪੁਰਖਾਂ ਦੇ ਦਰਸ਼ਨ ਹੋ ਜਾਂਦੇ ਆ। ਸੋ ਉਹਨਾਂ ਦਾ ਜਿਹੜਾ ਫਿਰ ਕਿਸੇ ਗੁਰਮੁਖ ਰੰਗੀ ਰੂਹ ਦੇ ਨਾਲ ਮਿਲਾਪ ਹੋ ਜਾਂਦਾ, ਜਿਨ੍ਹਾਂ ਦੇ ਅੰਦਰ ਭਗਤੀ ਭਾਵਨਾ ਬੜੀ ਸਿਖਰ ਦੇ ਉੱਤੇ ਪ੍ਰਵੱਲ ਹੋ ਜਾਂਦੀ ਆ।
ਜਿਨ੍ਹਾਂ ਦੇ ਅੰਦਰ ਭਗਤੀ ਭਾਵਨਾ ਬੜੀ ਸਿਖਰ ਦੇ ਉੱਤੇ ਜਾਗਰਤ ਹੋ ਜਾਂਦੀ ਆ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਅਰਦਾਸ ਪਰਮੇਸ਼ਰ ਸਭ ਦੀ ਸੁਣਦਾ ਹੈਗਾ। ਦੇਖੋ ਜਿੰਨੀਆਂ ਵੀ ਅਰਦਾਸਾਂ ਕਰਦੇ ਸਭ ਦੀ ਅਰਦਾਸ ਵਾਹਿਗੁਰੂ ਸੁਣਦਾ, ਪਰ ਅਰਦਾਸ ਉਸ ਦੀ ਪੂਰੀ ਹੁੰਦੀ ਹੈ ਜਿਸ ਦੇ ਉੱਤੇ ਉਹ ਵਾਹਿਗੁਰੂ ਟੁੱਟ ਜਾਂਦਾ ਹੈ, ਜਿਹਦੇ ਦੇ ਨਾਲ ਉਹ ਭਾ ਜਾਂਦਾ ਹੈਗਾ। ਜਿਸ ਅਰਦਾਸ ਦੇ ਪ੍ਰਾਣੀ ਦੇ ਨਾਲ ਪਰਮੇਸ਼ਰ ਦੀ ਪ੍ਰੀਤ ਬਣ ਆਉਂਦੀ ਆ, ਉਹਦੀ ਅਰਦਾਸ ਜਿਹੜੀ ਆ ਵਾਹਿਗੁਰੂ ਪਹਿਲ ਦੇ ਆਧਾਰ 'ਤੇ ਪੂਰੀ ਕਰ ਦਿੰਦਾ ਹੈ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਕਿਸੇ ਦੂਸਰੇ ਦੇ ਔਗਣ ਦੇਖਣ ਤੋਂ ਪਹਿਲਾਂ, ਚਿਤਾਰਨ ਤੋਂ ਪਹਿਲਾਂ ਆਪਣਾ ਔਗਣ ਜ਼ਰੂਰ ਦੇਖਣਾ ਚਾਹੀਦਾ ਹੈਗਾ। ਜਦੋਂ ਇਨਸਾਨ ਦੂਸਰੇ ਦੇ ਔਗਣ ਦੇਖਣ ਤੋਂ ਪਹਿਲਾਂ ਆਪਣੇ ਬੁੱਕਲ ਦੇ ਵਿੱਚ ਝਾਤੀ ਮਾਰੂਗਾ, ਆਪਣਾ ਔਗਣ ਦੇਖੂਗਾ, ਅਤੇ ਜਿਹੜਾ ਔਗਣ ਉਹਨੂੰ ਆਪਣੇ 'ਚ ਨਜ਼ਰ ਆਊਗਾ, ਅਤੇ ਬਾਬਾ ਨੰਦ ਸਿੰਘ ਕਹਿੰਦੇ ਸੀ ਉਸ ਔਗਣ ਨੂੰ ਉਹ ਜਿਹੜਾ ਜਗਿਆਸੂ ਹੈਗਾ ਆਪਣੀ ਕਾਪੀ 'ਤੇ ਆਪਣੀ ਨੋਟਬੁੱਕ 'ਤੇ ਨੋਟ ਕਰ ਲਵੇ, ਅਤੇ ਨੋਟ ਕਰਨ ਤੋਂ ਬਾਅਦ ਜਦ ਰਾਤ ਨੂੰ ਬਿਲਕੁਲ ਉਹ ਸੌਣ ਦੇ ਟਾਈਮ ਬਿਲਕੁਲ ਫ੍ਰੀ ਹੋ ਜਾਂਦਾ, ਅਤੇ ਜੋ ਔਗਣ ਉਹਨੇ ਆਪਣੀ ਡਾਇਰੀ 'ਚ ਲਿਖਿਆ ਉਸ ਔਗਣ ਨੂੰ ਵਿਚਾਰੇ, ਅਤੇ ਇਸ ਔਗਣ ਤੋਂ ਕਿਵੇਂ ਬਚਿਆ ਜਾ ਸਕਦਾ ਇਹਦੇ ਵਿੱਚ ਮਨ ਹੀ ਮਨ ਵਿਚਾਰ ਕਰਕੇ, ਅਤੇ ਫਿਰ ਕਹਿੰਦੇ ਉਸ ਔਗਣ ਤੋਂ ਬਚਣ ਦਾ ਫਿਰ ਉਹਦੇ ਉੱਤੇ ਪੂਰੀ ਤਰ੍ਹਾਂ ਪਹਿਰਾ ਕਰੇ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਜਿਹੜੇ ਸਤਿਗੁਰੂ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਗੁਰਸਿੱਖ ਦੀ ਕੋਈ ਵੀ ਜਿਹੜੀ ਹੈ ਨਾ ਭੇਟਾ ਪਦਾਰਥ ਉਹ ਨਹੀਂ ਦੇਖਦੇ, ਉਹ ਦੇਖਦੇ ਆ ਕਿ ਉਸ ਗੁਰਸਿੱਖ ਦੇ ਅੰਦਰ ਭਾਵਨਾ ਕਿਹੋ ਜਿਹੀ ਹੈ। ਸੋ ਇੱਥੇ ਫਲ ਭਾਵਨਾ ਨੂੰ ਲੱਗਦਾ ਹੈਗਾ। ਭੇਟਾ ਤਾਂ ਭਾਵੇਂ ਲੱਖਾਂ ਦੀ ਹੋਵੇ, ਪਰ ਉਹਦੇ ਅੰਦਰ ਭਾਵਨਾ ਦੇਖਦੇ ਆ ਕਿ ਇਹਦੀ ਭਾਵਨਾ ਕਿਹੋ ਜਿਹੀ ਆ। ਕੀ ਇਹਦੀ ਭਾਵਨਾ ਦੇ ਅੰਦਰ ਕੋਈ ਸਵਾਰਥ ਤਾਂ ਨਹੀਂ ਛਿਪਿਆ ਹੋਇਆ? ਕੀ ਇਹਦੀ ਭਾਵਨਾ ਦੇ ਅੰਦਰ ਸਰਬੱਤ ਦਾ ਭਲਾ ਹੈ? ਕੀ ਇਹਦੀ ਭਾਵਨਾ ਜਿਹੜੀ ਹੈ ਇਸ ਨੂੰ ਬਾਣੀ ਨਾਲ ਜੋੜਦੀ ਹੈ, ਗੁਰਸਿੱਖੀ ਨਾਲ ਜੋੜਦੀ ਹੈ, ਜਾਂ ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਭੋਗਾਂ ਦੇ ਨਾਲ ਜੋੜਦੀ ਹੈ? ਸੋ ਇਹ ਭਾਵਨਾ ਜਿਹੜੀ ਹੈ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਸ ਗੁਰਸਿੱਖ ਦੀ ਦੇਖਦੇ ਆ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਕੋਈ ਵੀ ਪ੍ਰਾਣੀ ਸੇਵਾ ਕਰੇ, ਸੇਵਾ ਕਰਦੇ ਕਰਦੇ ਅਗਰ ਕੁਛ ਵੀ ਨਾ ਮੰਗੇ, ਬਿਲਕੁਲ ਨਿਰਲੇਪ ਹੋ ਕੇ ਸੇਵਾ ਕਰੇ, ਅਤੇ ਕਹਿੰਦੇ ਜਦੋਂ ਉਹ ਨਿਸ਼ਕਾਮ ਹੋ ਕੇ ਸੇਵਾ ਕਰੇਗਾ ਤਾਂ ਵੀ ਸੇਵਾ ਕਰਨ ਦੇ ਬਦਲੇ ਧੰਨ ਗੁਰੂ ਨਾਨਕ ਸਾਹਿਬ ਉਹਨੂੰ ਸਾਰੇ ਪਦਾਰਥ ਦੇ ਦੇਣਗੇ। ਉਹਨੂੰ ਕਿਸੇ ਵੀ ਪਦਾਰਥ ਨੂੰ ਮੰਗਣ ਦੀ ਲੋੜ ਨਹੀਂ ਪਏਗੀ, ਕਿਉਂਕਿ ਸਾਰੇ ਪਦਾਰਥ ਜਿਹੜੇ ਆ ਉਸ ਸੇਵਾ ਦੇ ਵਿੱਚ ਉਸ ਜਗਿਆਸੂ ਨੂੰ ਮਿਲ ਜਾਂਦੇ ਆ, ਚਾਹੇ ਉਹ ਸੇਵਾ ਕਰਦਾ ਹੋਵੇ ਕਿਸੇ ਚੀਜ਼ ਦੀ ਕਾਮਨਾ ਨਾ ਕਰੇ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਅਗਰ ਕੋਈ ਇਨਸਾਨ ਕਾਲਾ ਪੈ ਜਾਂਦਾ ਹੈਗਾ, ਅਤੇ ਕਾਲੇਪਨ ਦਾ ਮਹਾਂਪੁਰਖ ਕਹਿੰਦੇ ਇੱਕੋ ਇਲਾਜ ਹੈਗਾ ਕਿ ਕਾਲੇਪਨ ਦੇ ਨਾਲੋਂ ਚੁੱਪ ਰਹਿਣਾ ਇਹਦੇ ਵਿੱਚ ਬੜਾ ਭਲਾ ਹੈਗਾ, ਕਿਉਂਕਿ ਕਾਲੇਪਨ ਦਾ ਜਵਾਬ ਜਿਹੜਾ ਉੱਤਰ ਹੈਗਾ ਉਹ ਚੁੱਪ ਦੇ ਨਾਲ ਹੁੰਦਾ ਹੈਗਾ। ਇਸ ਕਰਕੇ ਮਹਾਂਪੁਰਖਾਂ ਨੇ ਕਿਹਾ ਹੈ ਕਿ ਜਿੱਥੇ ਕਾਲਾਪਨ ਹੈ ਉੱਥੇ ਚੁੱਪ ਢਾਡੀ ਸਬਰ ਦਾ ਨਤੀਜਾ ਹੈ। ਅਗਰ ਕੋਈ ਜਗਿਆਸੂ ਮਿਹਨਤ ਕਰਦਾ ਉਹਦਾ ਰਿਜ਼ਲਟ ਉਹਨੂੰ ਜਲਦੀ ਨਹੀਂ ਮਿਲਦਾ, ਪਰ ਫਿਰ ਵੀ ਅਗਰ ਉਹ ਕਾਲੇਪਨ ਨੂੰ ਛੱਡ ਕੇ ਸਬਰ ਸੰਤੋਖ ਦੇ ਨਾਲ ਇਸ ਦੇ ਨਤੀਜੇ ਨੂੰ ਉਡੀਕੇ, ਤਾਂ ਫਿਰ ਕਹਿੰਦੇ ਦੇਖੋਗੇ ਕਿ ਉਹ ਜਿਹੜਾ ਨਤੀਜਾ ਹੈਗਾ ਉਹ ਬਹੁਤ ਹੀ ਵਧੀਆ ਆਵੇਗਾ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਕੋਈ ਸਾਧੂ ਹੋਵੇ, ਉਹ ਸਾਧੂ 12 ਸਾਲ ਕਹਿੰਦੇ ਬੰਦਗੀ ਕਰੇ, ਅਤੇ ਅਗਰ ਕੋਈ ਗ੍ਰਸਤੀ ਹੋਵੇ ਤਾਂ ਉਹ 1 ਸਾਲ ਘਰ ਦੇ ਵਿੱਚ ਰਹਿ ਕੇ ਘਰ ਦੇ ਸਾਰੇ ਕੰਮਾਂ ਕਰਨ ਦੀਆਂ ਜ਼ਿੰਮੇਵਾਰੀਆਂ ਚੱਕਦਾ ਹੋਇਆ ਅਗਰ ਉਹ ਵੀ ਘਰ ਦੇ ਵਿੱਚ ਰਹਿ ਕੇ ਬੰਦਗੀ ਕਰੇ, ਅਤੇ ਅਗਰ ਕੋਈ ਪਤੀ ਵਰਤਾ ਇਸਤਰੀ ਹੋਵੇ ਕਹਿੰਦੇ ਉਹ ਘਰ ਦੇ ਵਿੱਚ ਰਹਿ ਕੇ 1 ਮਹੀਨਾ ਬੰਦਗੀ ਕਰੇ, ਸਾਧੂ ਦੀ 12 ਸਾਲ ਦੀ ਬੰਦਗੀ ਤਾਂ ਗ੍ਰਸਤੀ ਦੀ 1 ਸਾਲ ਦੀ ਬੰਦਗੀ, ਅਤੇ ਪਤੀ ਵਰਤਾ ਔਰਤ ਦੀ 1 ਮਹੀਨੇ ਦੀ ਬੰਦਗੀ, ਕਹਿੰਦੇ ਇਹ ਤਿੰਨਾਂ ਦਾ ਫਲ ਬਰਾਬਰ ਹੈਗਾ। ਸੋ ਅਗਲਾ ਬਚਨ ਬਾਬਾ ਨੰਦ ਸਿੰਘ ਦਾ ਹੈਗਾ ਕਿ ਅਗਰ ਕਿਸੇ ਨੂੰ ਕਿਸੇ ਵੀ ਟਾਈਮ ਕਿਸੇ ਗੁਰਸਿੱਖ ਦੇ ਦੀਦਾਰ ਹੋ ਜਾਣ, ਕਿਸੇ ਗੁਰਸਿੱਖ ਦੇ, ਕਿਸੇ ਮਹਾਂਪੁਰਖਾਂ ਦੇ, ਕਿਸੇ ਰੱਬੀ ਰੂਹ ਦੇ ਦੀਦਾਰ ਹੋ ਜਾਣ, ਅਤੇ ਫਿਰ ਕਹਿੰਦੇ ਉਸ ਟਾਈਮ ਸਮਝ ਲੈਣਾ ਚਾਹੀਦਾ ਕਿ ਅੱਜ ਰੱਬ ਟੁੱਠਾ ਹੈਗਾ। ਪਰ ਕਹਿੰਦੇ ਉਸੇ ਹੀ ਪ੍ਰਾਣੀ ਨੂੰ ਅਗਰ ਕਿਸੇ ਕੁਸੰਗੀ ਦੇ ਦਰਸ਼ਨ ਹੋ ਜਾਣ, ਕਿਸੇ ਮਨਮੁਖ ਦੇ ਦਰਸ਼ਨ ਹੋ ਜਾਣ, ਜਾਂ ਕਿਸੇ ਹੋਰ ਵਿਸ਼ੇ ਵਿਕਾਰ ਵਾਲੇ ਜਿਹੜੇ ਜੀਵ ਦੇ ਦਰਸ਼ਨ ਹੋ ਜਾਣ, ਤੇ ਫਿਰ ਕਹਿੰਦੇ ਸਮਝ ਲੈਣਾ ਚਾਹੀਦਾ ਹੈਗਾ ਅੱਜ ਰੱਬ ਰੁੱਠਾ ਹੈਗਾ। ਉਹਨੂੰ ਇਹ ਚੀਜ਼ ਸਮਝ ਲੈਣੀ ਚਾਹੀਦੀ ਹੈ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਨਿਮਰਤਾ ਉਹ ਐਡਰੈਸ ਵਾ ਜਿਹੜੀ ਤੁਹਾਡੀ ਭਾਵਨਾ ਰੂਪੀ ਚਿੱਠੀ ਨੂੰ ਵਾਹਿਗੁਰੂ ਦੇ ਦਰ 'ਤੇ ਪਹੁੰਚਾਉਂਦੀ ਆ। ਨਿਮਰਤਾ ਉਹ ਐਡਰੈਸ ਹੈ ਜਿਹੜੀ ਸਾਡੀ ਭਾਵਨਾ ਰੂਪੀ ਚਿੱਠੀ ਨੂੰ ਵਾਹਿਗੁਰੂ ਦੇ ਦਰ 'ਤੇ ਪਹੁੰਚਾਉਂਦੀ ਆ, ਅਤੇ ਫਿਰ ਜਿਹੜੀ ਚਿੱਠੀ ਵਾਹਿਗੁਰੂ ਦੇ ਦਰ 'ਤੇ ਪਹੁੰਚ ਜਾਂਦੀ ਆ ਉਸ ਦਾ ਫਿਰ ਜਵਾਬ ਜਿਹੜਾ ਹੈ ਨਾ ਸਾਨੂੰ ਤਾਰ ਨਾਲੋਂ ਵੀ ਪਹਿਲਾਂ ਪ੍ਰਾਪਤ ਹੋ ਜਾਂਦਾ ਹੈਗਾ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਅਗਰ ਅਸੀਂ ਸਰੀਰ ਦੇ ਵਿੱਚ ਦੇਖੀਏ,
ਸਰੀਰ ਦੇ ਵਿੱਚ ਵਿਸ਼ੇ ਵਿਕਾਰਾਂ ਦੇ ਬੜੇ ਜਰਨੈਲ ਬੈਠੇ ਆ, ਪਰ ਸਭ ਤੋਂ ਜਿਹੜਾ ਵੱਡਾ ਜਰਨੈਲ ਕੋੜ ਹੈ ਉਹ ਹੈ ਸਾਡੀ ਕਾਮ ਵਾਸ਼ਨਾ। ਸੋ ਸਰੀਰ ਦੇ ਅੰਦਰ ਜਿਹੜੀ ਕਾਮ ਵਾਸ਼ਨਾ ਦੀ ਪ੍ਰਵਿਰਤੀ ਹੈਗੀ ਆ, ਸੋ ਜੋ ਭੁਚਾਲ ਹੈ, ਇਹ ਸਭ ਤੋਂ ਵੱਡਾ ਕੋੜ ਹੈ। ਤਾਂ ਮਹਾਂਪੁਰਖ ਕਹਿੰਦੇ ਆ ਇਸ ਕੋੜ ਦਾ ਇਲਾਜ ਕੇਵਲ ਤੇ ਕੇਵਲ ਆਪਣੇ ਤਨ ਨੂੰ ਗੁਰੂ ਦੇ ਪ੍ਰਤੀ ਸਮਰਪਿਤ ਕਰ ਦੇਣਾ ਹੈ। ਸੋ ਇਹਦਾ ਇਲਾਜ ਹੋਰ ਨਹੀਂ ਆ, ਇਸ ਦਾ ਇਲਾਜ ਇੱਕੋ ਹੀ ਆ ਕਿ ਆਪਣੇ ਸਰੀਰ ਨੂੰ, ਆਪਣੇ ਤਨ ਨੂੰ ਗੁਰੂ ਦੇ ਪ੍ਰਤੀ ਸਮਰਪਿਤ ਕਰ ਦਈਏ। ਸੋ ਅਗਲਾ ਵਚਨ ਮਹਾਂਪੁਰਖਾਂ ਦਾ ਹੈਗਾ ਕਿ ਅਗਰ ਕੋਈ ਮੰਗਤਾ ਕਿਸੇ ਦਰ 'ਤੇ ਮੰਗਣ ਗਿਆ ਹੋਵੇ, ਲੇਕਿਨ ਜਿਸ ਦਰ 'ਤੇ ਉਸ ਨੂੰ ਖੈਰ ਨਾ ਪਵੇ, ਉਸੇ ਦਰ ਨੂੰ ਇੱਕ ਝਟਕੇ ਦੇ ਵਿੱਚ ਛੱਡ ਦੇਵੇ, ਤੇ ਫਿਰ ਮਹਾਂਪੁਰਖ ਬਾਬਾ ਨਾਨਕ ਸਿੰਘ ਕਹਿੰਦੇ ਸੀਗੇ, ਕਹਿੰਦੇ ਭਾਈ ਉਹ ਜਿਹੜਾ ਮੰਗਤਾ ਹੈ ਉਹਦੀ ਝੋਲੀ ਖਾਲੀ ਰਹਿ ਜਾਂਦੀ ਆ। ਪਰ ਜਿਹੜਾ ਮੰਗਤਾ ਢੀਠ ਹੋ ਕੇ ਜਿਸ ਦਰ 'ਤੇ ਮੰਗਣ ਗਿਆ ਉਸ ਦਰ 'ਤੇ ਖੜਾ ਰਹੇ, ਤਾਂ ਫਿਰ ਮਹਾਂਪੁਰਖ ਕਹਿੰਦੇ ਸੀ ਉਹ ਸਾਰੀਆਂ ਜਿਹੜੀਆਂ ਝੋਲੀਆਂ ਹੈਗੀਆਂ ਬਰਕਤਾਂ ਨਾਲ ਭਰ ਕੇ ਲੈ ਜਾਂਦਾ। ਸੋ ਕਹਿਣ ਤੋਂ ਭਾਵ ਇਹ ਆ, ਧੰਨ ਧੰਨ ਬਾਬਾ ਨਾਨਕ ਸਿੰਘ ਦੇ ਬਚਨ ਵਾ ਕਿ ਅਗਰ ਕਿਸੇ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰ ਦੇ ਉੱਤੇ ਖੈਰ ਨਹੀਂ ਪਈ, ਤਾਂ ਉਹਨੂੰ ਕਿਤੇ ਕੋਈ ਖੈਰ ਨਹੀਂ ਪਵੇਗੀ। ਇਸ ਕਰਕੇ ਅਗਰ ਖੈਰ ਨਾ ਵੀ ਪਵੇ ਤਾਂ ਬਾਬਾ ਨਾਨਕ ਸਿੰਘ ਆਖਦੇ ਸੀ, ਕਹਿੰਦੇ ਫਿਰ ਢੀਠ ਬਣ ਕੇ ਮੰਗਣਾ ਚਾਹੀਦਾ ਹੈਗਾ। ਢੀਠ ਮੰਗਤਾ ਬਣ ਜਾਓ ਤਾਂ ਬਾਬੇ ਨਾਨਕ ਦਾ ਦਰ ਕਦੀ ਨਾ ਛੱਡੋ। ਅਤੇ ਜਿਹੜੇ ਬਾਬੇ ਨਾਨਕ ਦਾ ਦਰ ਨਹੀਂ ਛੱਡਦੇ, ਢੀਠ ਹੋ ਕੇ ਖੜੇ ਰਹਿੰਦੇ ਆ, ਫਿਰ ਉਹਨਾਂ ਦੇ ਭਾਗ ਖੁੱਲ੍ਹ ਜਾਂਦੇ ਆ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਹਮੇਸ਼ਾ ਚੁੱਪ ਰਹਿ ਕੇ ਕੀਤਾ ਹੋਇਆ ਦਾਨ, ਜਿਹੜਾ ਦਾਨ ਗੁਪਤ ਰੂਪ ਹੈ, ਜਿਸ ਦਾਨ ਦੀ ਕਿਸੇ ਨੂੰ ਭਿਣਕ ਨਹੀਂ ਹੈ, ਅਤੇ ਇਹੋ ਜਿਹਾ ਜਿਹੜਾ ਦਾਨ ਚੁੱਪ ਕੀਤਾ ਹੋਇਆ ਹੈ, ਕਹਿੰਦੇ ਇਹ ਦਾਨ ਜਿਹੜਾ ਹੈਗਾ ਇਹ ਰੂਹ ਨੂੰ ਰਜਾ ਦਿੰਦਾ ਹੈਗਾ। ਸੋ ਇਹੋ ਜਿਹਾ ਕੀਤਾ ਹੋਇਆ ਦਾਨ ਦਾਨੀ ਦੀ ਰੂਹ ਨੂੰ ਰਜਾ ਦਿੰਦਾ ਹੈਗਾ, ਦਾਨੀ ਦੀ ਰੂਹ ਨੂੰ ਖੁਸ਼ ਕਰ ਦਿੰਦਾ ਹੈਗਾ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਹਮੇਸ਼ਾ ਜਿਹੜੇ ਲੋੜਵੰਦ ਵਿਅਕਤੀ ਆ, ਉਹਨਾਂ ਲੋੜਵੰਦ ਵਿਅਕਤੀਆਂ ਦੀ ਮਦਦ ਗੁਰਸਿੱਖ ਨੂੰ ਪਹਿਲ ਦੇ ਆਧਾਰ 'ਤੇ ਕਰਨੀ ਚਾਹੀਦੀ ਆ। ਕਿਉਂ? ਜਦੋਂ ਅਸੀਂ ਲੋੜਵੰਦ ਵਿਅਕਤੀਆਂ ਦੀ ਮਦਦ ਕਰਾਂਗੇ ਤਾਂ ਉਹਨਾਂ ਦੀਆਂ ਅਸੀਸਾਂ ਸਦਕਾ ਗੁਰਸਿੱਖ ਦੀ ਚੜ੍ਹਦੀ ਕਲਾ ਬਣੀ ਰਹਿੰਦੀ, ਉਹਦੇ ਘਰ ਦੇ ਵਿੱਚ ਬਰਕਤਾਂ ਰਹਿੰਦੀਆਂ, ਉਹਦੀ ਸਿਹਤ ਨਿਰੋਗ ਰਹਿੰਦੀ ਆ। ਅਤੇ ਇਹੋ ਜਿਹੜੇ ਗੁਰਸਿੱਖ ਪ੍ਰਾਣੀ ਆ, ਜਿਹੜੇ ਲੋੜਵੰਦਾਂ ਦੀ ਮਦਦ ਕਰਦੇ ਆ, ਅਤੇ ਉਹਨਾਂ ਦਾ ਲੋਕ ਅਤੇ ਪਰਲੋਕ ਸਵਾਰਨ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਜਾਮਣੀ ਭਰ ਦਿੰਦੇ ਆ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਜਿਹੜੇ ਪ੍ਰਾਣੀ ਰੱਬ ਨੂੰ ਭੁੱਲ ਜਾਂਦੇ ਆ, ਅਤੇ ਰੱਬ ਨੂੰ ਭੁੱਲਣ ਦੇ ਨਾਲ ਉਹ ਆਪਣੇ ਆਪ ਦੇ ਨਾਲ ਹੀ ਬੇਇਨਸਾਫੀ ਕਰਦੇ ਆ, ਜਿਉਂ ਕਹਿ ਲਓ ਕਿ ਆਪਣੇ ਪੈਰਾਂ 'ਤੇ ਆਪ ਹੀ ਕਹਾੜਾ ਮਾਰਦੇ ਆ। ਇਸ ਕਰਕੇ ਭਾਈ ਰੱਬ ਨੂੰ ਹਮੇਸ਼ਾ ਯਾਦ ਰੱਖੋ, ਅਤੇ ਰੱਬ ਨੂੰ ਉਹੀ ਪ੍ਰਾਣੀ ਯਾਦ ਰੱਖ ਸਕਦਾ ਹੈ ਜਿਹੜਾ ਪ੍ਰਾਣੀ ਹਰ ਟਾਈਮ ਮੌਤ ਨੂੰ ਯਾਦ ਰੱਖਦਾ। ਅਤੇ ਜਿਸ ਪ੍ਰਾਣੀ ਦੇ ਅੰਦਰ ਮੌਤ ਦਾ ਭੈ ਬਣਿਆ ਰਹਿੰਦਾ ਹੈਗਾ, ਉਹੋ ਹੀ ਪ੍ਰਾਣੀ ਦੇ ਅੰਦਰ ਪਰਮੇਸ਼ਰ ਦਾ ਵੀ ਭੈ ਬਣਿਆ ਰਹਿੰਦਾ। ਅਤੇ ਹਮੇਸ਼ਾ ਉਹ ਵਾਹਿਗੁਰੂ ਦੇ ਹੁਕਮ ਦੇ ਵਿੱਚ, ਵਾਹਿਗੁਰੂ ਦੀ ਸੇਵਾ ਦੇ ਵਿੱਚ ਹਮੇਸ਼ਾ ਤਤਪਰ ਰਹਿੰਦਾ ਹੈ। ਸੋ ਅਗਲਾ ਬਚਨ ਬਾਬਾ ਨਾਨਕ ਸਿੰਘ ਦਾ ਹੈ ਕਿ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਇਹ ਨਾਮ ਦਾ ਹੀ ਸਰੂਪ ਹੈਗਾ। ਜਿਹੜੇ ਪ੍ਰਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਆ, ਉਹਦਾ ਫਲ ਨਾਮ ਦਾ ਜਪਣਾ ਹੀ ਉਹਨਾਂ ਨੂੰ ਸਹਿਜ ਦੇ ਵਿੱਚ ਪ੍ਰਾਪਤ ਹੋ ਜਾਂਦਾ। ਉਹ ਇਸੇ ਕਰਕੇ ਬਾਬਾ ਨਾਨਕ ਸਿੰਘ ਆਖਦੇ ਸੀਗੇ ਕਿ ਕੋਈ ਚਾਹੇ ਇੱਕ ਅਖੰਡ ਪਾਠ ਸਾਹਿਬ ਕਰ ਲਵੇ, ਚਾਹੇ ਇੱਕ ਸੁਖਮਨੀ ਸਾਹਿਬ ਦਾ ਪਾਠ ਕਰ ਲਵੇ, ਅਤੇ ਚਾਹੇ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਵੇ, ਲੇਕਿਨ ਇਹਨਾਂ ਸਾਰਿਆਂ ਦਾ ਫਲ ਇੱਕ ਬਰਾਬਰ ਹੈ। ਬਸ਼ਰਤੇ ਇਹ ਹੈ ਕਿ ਇਹ ਪਾਠ ਪ੍ਰੀਤ ਦੇ ਨਾਲ ਕੀਤਾ ਜਾਵੇ, ਲਗਨ ਦੇ ਨਾਲ ਕੀਤਾ ਜਾਵੇ, ਰਸ ਦੇ ਨਾਲ ਕੀਤਾ ਜਾਵੇ, ਅੰਦਰੋਂ ਭਿੱਜ ਕੇ ਕੀਤਾ ਜਾਵੇ, ਅਤੇ ਫਿਰ ਕਹਿੰਦੇ ਭਾਈ ਇਹ ਫਲ ਇੱਕ ਬਰਾਬਰ ਹੀ ਹੋ ਜਾਂਦਾ ਹੈ। ਸੋ ਅਗਲਾ ਬਚਨ ਬਾਬਾ ਨਾਨਕ ਸਿੰਘ ਦਾ ਹੈਗਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਮੇਸ਼ਾ ਪ੍ਰਤੱਖ ਹਾਜ਼ਰ ਨਾਜ਼ਰ ਵਾ। ਇਹ ਇਸ ਤਰ੍ਹਾਂ ਹਾਜ਼ਰ ਨਾਜ਼ਰ ਵਾ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਹਮੇਸ਼ਾ ਪ੍ਰਤੱਖ ਹਾਜ਼ਰ ਨਾਜ਼ਰ ਹੈ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਸੀਗਾ ਕਿ ਅਗਰ ਕੋਈ ਪ੍ਰਾਣੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਓਟ ਲੈ ਕੇ ਭਜਨ ਬੰਦਗੀ ਕਰੇ, ਅਤੇ ਕਹਿੰਦੇ ਇਸ ਭਜਨ ਬੰਦਗੀ ਦਾ ਫਲ ਇਹ ਹੋਊਗਾ ਕਿ ਉਸ ਪ੍ਰਾਣੀ ਦਾ ਜਿਹੜਾ ਔਖਾ ਸਮਾਂ ਨਾ ਬਹੁਤ ਛੇਤੀ ਕੱਟ ਜਾਵੇਗਾ। ਸੋ ਅਗਲਾ ਬਚਨ ਬਾਬਾ ਨਾਨਕ ਸਿੰਘ ਦਾ ਹੈਗਾ। ਬਾਬਾ ਨਾਨਕ ਸਿੰਘ ਆਖਦੇ ਸੀਗੇ ਅਗਰ ਕੋਈ ਵਿਅਕਤੀ ਕੋਈ ਮਾੜਾ ਪੈਸਾ ਘਰ ਦੇ ਵਿੱਚ ਲੈ ਆਵੇ, ਕੋਈ ਕਿਸੇ ਨੂੰ ਧੋਖਾ ਦੇ ਕੇ, ਕਿਸੇ ਦਾ ਹੱਕ ਮਾਰ ਕੇ, ਜਾਂ ਕਿਸੇ ਦੀ ਵੱਢੀ ਲੈ ਕੇ ਉਹ ਪੈਸਾ ਘਰ 'ਚ ਲੈ ਆਵੇ, ਅਤੇ ਇਹੋ ਜਿਹਾ ਪੈਸਾ ਜਦ ਘਰ ਦੇ ਵਿੱਚ ਆਵੇਗਾ ਅਤੇ ਘਰ ਦੀ ਜਿਹੜੀ ਦੂਸਰੀ ਕਮਾਈ ਆ, ਉਸ ਕਮਾਈ ਨੂੰ ਵੀ ਇਹ ਜਿਹੜਾ ਪੈਸਾ ਹੁੰਦਾ ਇਹ ਭ੍ਰਿਸ਼ਟ ਕਰ ਦਿੰਦਾ ਹੈਗਾ। ਸੋ ਇਹ ਮਹਾਂਪੁਰਖਾਂ ਦਾ ਇਹਦੇ ਪ੍ਰਤੀ ਇਹ ਹੈਗਾ ਕਿ ਹਮੇਸ਼ਾ ਦਸਾਂ ਨੌਹਾਂ ਦੀ ਕਿਰਤ ਕਮਾਈ ਦਾ ਪੈਸਾ ਹੀ ਘਰ ਦੇ ਵਿੱਚ ਰੱਖਣਾ ਚਾਹੀਦਾ ਹੈਗਾ, ਦੂਸਰਾ ਪੈਸਾ ਘਰ 'ਚ ਨਹੀਂ ਰੱਖਣਾ ਚਾਹੀਦਾ। ਲੇਕਿਨ ਅਗਰ ਅਸੀਂ ਦੂਸਰੇ ਪੈਸੇ ਨੂੰ ਆਪਣੇ ਕਿਰਤ ਕਮਾਈ ਦੇ ਪੈਸੇ ਨਾਲ ਜੋੜ ਦਈਏ ਤਾਂ ਘਰ ਦੇ ਵਿੱਚ ਫਿਰ ਬਰਕਤਾਂ ਖਤਮ ਹੋ ਜਾਂਦੀਆਂ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ
ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਦਾ ਨੇਤਰ ਹੈਗਾ। ਸੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਖਰ ਜਿਹੜੇ ਆ ਉਹ ਸਿਆਹੀ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਹੜਾ ਕਾਗਜ਼ ਹੈਗਾ ਉਹ ਕੇਵਲ ਅਤੇ ਕੇਵਲ ਇੱਕ ਕਾਗਜ਼ ਨਹੀਂ ਹੈ। ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਅਕਾਲ ਪੁਰਖ ਹੈ ਅਤੇ ਜਿਨ੍ਹਾਂ ਕਾਗਜ਼ਾਂ 'ਤੇ ਜਿਨ੍ਹਾਂ ਅੱਖਰਾਂ ਦੇ ਉੱਤੇ ਉਸ ਅਕਾਲ ਪੁਰਖ ਦੀ ਗੁਰਬਾਣੀ ਰੂਪੀ ਮੋਹਰ ਲੱਗੀ ਹੋਈ ਹੈ। ਸੋ ਅਗਲਾ ਬਚਨ ਬਾਬਾ ਨੰਦ ਸਿੰਘ ਦਾ ਹੈਗਾ ਕਿ ਕੋਈ ਵੀ ਦੁਕਾਨਦਾਰ ਹੋਵੇ, ਅਗਰ ਉਹ ਦੁਕਾਨਦਾਰ ਝੂਠ ਬੋਲ ਕੇ ਰੋਟੀ ਖਾਵੇ ਅਤੇ ਬਾਬਾ ਨੰਦ ਸਿੰਘ ਆਖਦੇ ਸੀ ਇਹ ਜਿਹੜੀ ਰੋਟੀ ਉਹ ਖਾਂਦਾ ਝੂਠ ਬੋਲ ਕੇ ਦੁਕਾਨਦਾਰੀ ਦੀ, ਕਹਿੰਦੇ ਇਹ ਰੋਟੀ ਖਾਣੀ ਫਿਰ ਸ਼ਰਮਿੰਦਗੀ ਹੈਗੀ ਆ। ਇਸ ਕਰਕੇ ਮਹਾਂਪੁਰਖ ਕਹਿੰਦੇ ਸੀ ਦੁਕਾਨਦਾਰ ਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ ਅਤੇ ਕਹਿੰਦੇ ਵੀ ਸੱਚ ਬੋਲਣ ਦਾ ਫਲ ਇੱਕ ਦਿਨ ਇਹ ਆਊਗਾ ਕਿ ਜਿੰਨੇ ਵੀ ਗਾਹਕ ਆ ਉਹਨਾਂ ਗਾਹਕਾਂ ਦਾ ਇਸ ਦੁਕਾਨਦਾਰ ਦੇ ਉੱਤੇ ਅਤਵਾਰ ਵੱਧ ਜਾਊਗਾ ਅਤੇ ਫਿਰ ਕਹਿੰਦੇ ਸਮਾਂ ਵੀ ਆਊਗਾ ਜਦੋਂ ਇਸ ਦੁਕਾਨਦਾਰੀ ਦੀ ਜਿਹੜੀ ਗਾਹਕੀ ਹੈਗੀ ਉਹ ਆਮ ਦੁਕਾਨਦਾਰਾਂ ਨਾਲੋਂ ਕਈ ਗੁਣਾ ਜ਼ਿਆਦਾ ਹੋ ਜਾਊਗੀ। ਸੋ ਅਗਲਾ ਬਚਨ ਬਾਬਾ ਨੰਦ ਸਿੰਘ ਦਾ ਹੈਗਾ ਕਿ ਭਾਈ ਬਹੁਤ ਸਾਰੇ ਮਨੁੱਖ ਜਾਂ ਇਸਤਰੀਆਂ ਵਰਤ ਰੱਖਦੇ ਆ। ਸੋ ਬਾਬਾ ਨੰਦ ਸਿੰਘ ਆਖਦੇ ਸੀ ਕਿ ਭੋਜਨ ਦਾ ਵਰਤ ਨਹੀਂ, ਅਗਰ ਕਿਸੇ ਨੇ ਵਰਤ ਰੱਖਣਾ ਹੈ ਤਾਂ ਵਰਤ ਇਹ ਰੱਖੋ ਕਿ ਭਾਈ ਮੈਂ ਜ਼ਿੰਦਗੀ 'ਚ ਝੂਠ ਨਹੀਂ ਬੋਲਣਾ, ਮੈਂ ਕਿਸੇ ਦੀ ਨਿੰਦਾ ਨਹੀਂ ਕਰਨੀ, ਕਿਸੇ ਦਾ ਬੁਰਾ ਨਹੀਂ ਚਿੱਤਰ ਬਣਾ, ਕਦੀ ਵੀ ਅੱਖਾਂ ਦੇ ਨਾਲ ਬੁਰਾ ਨਹੀਂ ਦੇਖਣਾ, ਬੁਰਾ ਨਹੀਂ ਸੁਣਨਾ। ਜਦੋਂ ਕਹਿੰਦੇ ਅਸੀਂ ਇਹੋ ਜਿਹੇ ਨਿਯਮ ਰੂਪੀ ਵਰਤ ਜ਼ਿੰਦਗੀ ਦੇ ਵਿੱਚ ਰੱਖਾਂਗੇ ਅਤੇ ਇਹ ਜਿਹੇ ਪੁਰਾਣੀ ਜਿਹੜੇ ਵਰਤ ਨਿਯਮ ਰੂਪੀ ਰੱਖਦੇ ਆ ਇਹ ਵਰਤ ਫਿਰ ਗੁਰੂ ਦੇ ਬਹੁਤ ਨੇੜੇ ਲੈ ਜਾਂਦੇ, ਬਹੁਤ ਕਰੀਬ ਲੈ ਜਾਂਦੇ ਆ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਕੋਈ ਜਿਹੜੀ ਇਸਤਰੀ ਆ ਉਹ ਪਤੀ ਵਰਤਾ ਹੋਵੇ ਅਤੇ ਉਸ ਇਸਤਰੀ ਦਾ ਜਿਹੜਾ ਪੁੱਤਰ ਹੈ ਉਹ ਆਗਿਆਕਾਰੀ ਹੋਵੇ ਅਤੇ ਫਿਰ ਭਾਈ ਉਸ ਦਾ ਜਿਹੜਾ ਪਿਤਾ ਹੈ ਇਸਤਰੀ ਦਾ ਪਤੀ ਜਿਹੜਾ ਹੈਗਾ ਉਹ ਮਹਾਂਪੁਰਖਾਂ ਦਾ ਸਤਸੰਗੀ ਹੋਵੇ। ਅਗਰ ਕਹਿੰਦੇ ਵੀ ਇਹ ਤਿੰਨੇ ਜਿਹੜੇ ਹੈਗੇ ਆ ਜੀਵ ਇੱਕੋ ਹੀ ਪਰਿਵਾਰ ਦੇ ਇਸ ਤਰ੍ਹਾਂ ਧਰਮ ਕਮਾਉਂਦੇ ਹੋਣ ਅਤੇ ਫਿਰ ਬਾਬਾ ਨੰਦ ਸਿੰਘ ਆਖਦੇ ਆ ਕਿ ਉਸ ਪਰਿਵਾਰ ਨੂੰ ਕਿਸੇ ਵੱਖਰੇ ਉਪਦੇਸ਼ ਦੀ ਲੋੜ ਨਹੀਂ ਰਹਿੰਦੀ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਜਦੋਂ ਵੀ ਕਿਸੇ ਪ੍ਰਾਣੀ ਨੇ ਆਪਣੇ ਸਤਿਗੁਰ ਦੇ ਦਰਸ਼ਨ ਕਰਨ ਜਾਣਾ ਹੋਵੇ ਅਤੇ ਬਾਬਾ ਨੰਦ ਸਿੰਘ ਆਖਦੇ ਸੀ ਕਦੀ ਖਾਲੀ ਹੱਥ ਨਾ ਜਾਵੋ। ਅਗਰ ਘਰ ਦੇ ਵਿੱਚ ਕੁਛ ਨਹੀਂ ਤਾਂ ਘੱਟੋ ਘੱਟ ਕਹਿੰਦੇ 5 ਦਾਤਣਾ ਰੱਖ ਕੇ ਹੀ ਮੱਥਾ ਟੇਕ ਦਿਓ ਅਤੇ ਕਹਿੰਦੇ ਇਹ ਵੀ ਜਿਹੜੀ ਖੁਸ਼ੀ ਆ ਉਹ ਗੁਰੂ ਨੂੰ ਪਹਿਲ ਦੇ ਆਧਾਰ 'ਤੇ ਪ੍ਰਵਾਨ ਹੈਗੀ ਆ, ਪਰ ਖਾਲੀ ਹੱਥ ਗੁਰੂ ਜੀ ਦੇ ਦਰਸ਼ਨ ਕਦੀ ਨਹੀਂ ਕਰਨੇ ਚਾਹੀਦੇ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਜਿਹੜੇ ਪ੍ਰਾਣੀ ਪਰਉਪਕਾਰ ਕਰਦੇ ਆ ਲੇਕਿਨ ਉਹਨਾਂ ਦਾ ਪਰਉਪਕਾਰ ਦਾ ਕੀਤਾ ਹੋਇਆ ਕਾਰਜ ਉਹ ਤਾਂ ਹੀ ਸਫਲ ਆ ਜੇਕਰ ਉਹਨਾਂ ਦੇ ਪਰਉਪਕਾਰ ਦੇ ਕੰਮਾਂ ਦੇ ਵਿੱਚ ਉਸ ਪ੍ਰਾਣੀ ਦਾ ਕੋਈ ਸਵਾਰਥ ਨਾ ਛੁਪਿਆ ਹੋਵੇ, ਕੋਈ ਐਸੀ ਭਾਵਨਾ ਨਾ ਹੋਵੇ ਵੀ ਜਿਸ ਕਰਕੇ ਉਹਦਾ ਸਵਾਰਥ ਇਹ ਸਿੱਧ ਕਰੇ ਵੀ ਇਹ ਜਿਹੜਾ ਕਾਰਜ ਹੈ ਉਹਦੇ ਵਿੱਚ ਉਹਦਾ ਲਾਲਚ ਹੈ। ਸੋ ਜੇ ਦੇ ਪਰਉਪਕਾਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਵਾਰਥ ਨਹੀਂ, ਕੋਈ ਲਾਲਚ ਨਹੀਂ, ਕੋਈ ਇੱਛਾ ਨਹੀਂ ਅਤੇ ਇਹ ਜਿਹੜਾ ਕੀਤਾ ਹੋਇਆ ਪਰਉਪਕਾਰ ਵਾ ਉਸ ਪ੍ਰਾਣੀ ਦੇ ਜ਼ਿੰਦਗੀ ਦਾ ਸਭ ਤੋਂ ਵੱਡਾ ਪੁੰਨ ਹੈ। ਸੋ ਅਗਲਾ ਬਚਨ ਬਾਬਾ ਜੀ ਦਾ ਹੈਗਾ ਕਿ ਕਿਸੇ ਦਾ ਜ਼ਿੰਦਗੀ ਵਿੱਚ ਪਰਾਇਆ ਹੱਕ ਨਹੀਂ ਖਾਣਾ ਚਾਹੀਦਾ, ਕਿਉਂਕਿ ਜਿਹੜੇ ਪ੍ਰਾਣੀ ਦੂਸਰੇ ਦਾ ਪਰਾਇਆ ਹੱਕ ਮਾਰ ਕੇ ਖਾ ਲੈਂਦੇ ਆ, ਕਹਿੰਦੇ ਫਿਰ ਇਹੋ ਜਿਹੇ ਪ੍ਰਾਣੀਆਂ ਤੋਂ ਜਿਹੜਾ ਗੁਰੂ ਕਿਰਪਾ ਹਮੇਸ਼ਾ ਦੂਰ ਰਹਿੰਦੀ ਆ ਅਤੇ ਗੁਰੂ ਫਿਰ ਇਹੋ ਜਿਹੇ ਜਿਹੜੇ ਪਰਾਏ ਹੱਕ ਵਾਲੇ ਪ੍ਰਾਣੀ ਆ ਉਹਨਾਂ ਦੀ ਕਦੀ ਬਾਂਹ ਨਹੀਂ ਫੜਦੇ, ਉਹਨਾਂ ਦੀ ਕਦੀ ਹਾਮੀ ਨਹੀਂ ਭਰਦੇ। ਸੋ ਦਾਸ ਬਾਬਾ ਨੰਦ ਸਿੰਘ ਹੁਣਾਂ ਦੇ ਸੰਗਤਾਂ ਨਾਲ ਸਾਂਝੇ ਕੀਤੇ ਹੋਏ ਫਿਰ ਹਾਲੇ ਇੰਨੇ ਹੀ ਬਚਨਾਂ ਦੀ ਵਿਚਾਰ ਕਰਦਾ ਹੈ। ਖਿਮਾ ਦਾ ਜਾਚਕ ਆ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।